ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤ ਸਿੰਘ ਜੀਓ, ਅੱਜ ਦਾਸ ਨਾਮ ਜਪ ਦੀ ਮਹਿਮਾ ਦਾ ਵਰਣਨ, ਇਸ ਦੇ ਨਾਲ ਕੀ ਚਮਤਕਾਰ ਵਰਤਦੇ ਆ, ਇਹਦੀ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਦਾਸ ਸਾਂਝਾ ਕਰਦਾ ਹੈਗਾ। ਸੋ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਸੱਜਣ ਜਿਹੜੇ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਮੰਨਦੇ ਸੀਗੇ ਅਤੇ ਕਾਫੀ ਜਿਹੜੇ ਸੀ ਆਪਣੇ ਆਪ ਨੂੰ ਅਧਰੰਗ ਖਿਆਲਾਂ ਦੇ ਮੰਨਦੇ ਸੀ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਪਾਸ ਅੰਮ੍ਰਿਤਸਰ ਆਏ। ਜਦ ਆਏ ਤਾਂ ਇਹਨਾਂ ਨੇ ਆ ਕੇ ਨਾ ਭਾਈ ਵੀਰ ਸਿੰਘ ਹੁਣਾਂ ਨੂੰ ਇੱਕ ਸਵਾਲ ਪੁੱਛਿਆ। ਕਹਿਣ ਲੱਗੇ ਕਿ ਤੁਹਾਡੇ ਵਰਗੇ ਜਿਹੜੇ ਲੋਕੀ ਆ ਆਮ ਤੌਰ 'ਤੇ ਇਹੀ ਕਹੀ ਜਾਂਦੇ ਆ, ਨਾਮ ਜਪੋ ਵਾਹਿਗੁਰੂ 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 ਕਰੋ, ਇਹਦੇ ਨਾਲ ਕਹਿੰਦੇ ਕੀ ਲਾਭ ਆ? ਐਵੇਂ ਕਹਿੰਦੇ ਬਸ ਇੰਨਾ ਝੂਠ ਹੀ ਫੈਲਾਈ ਜਾਂਦੇ ਆ, ਵਿਹਲਿਆਂ ਨੂੰ ਹੋਰ ਕੋਈ ਕੰਮਕਾਰ ਹੀ ਨਹੀਂ। ਜਦ ਇਸ ਤਰ੍ਹਾਂ ਦੇ ਉਹਨੇ ਜਿਹੜੇ ਵਿਚਾਰ ਉਲਟ ਰੱਖੇ ਸੀਗੇ, ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਭਾਈ ਜਿਸ ਚੀਜ਼ ਦੀ ਤੂੰ ਗੱਲ ਕਰਦਾ ਹੈਗਾ, ਕੀ ਆਪ ਕਦੀ ਜਪ ਕੇ ਦੇਖਿਆ ਹੈ? ਜਦ ਇੰਨੀ ਗੱਲ ਹੋਈ ਤਾਂ ਉਹ ਕਹਿਣ ਲੱਗਾ, ਜੀ ਮੈਂ ਤਾਂ ਕਦੀ ਜਪ ਕੇ ਨਹੀਂ ਦੇਖਿਆ। ਤਾਂ ਭਾਈ ਸਾਹਿਬ ਕਹਿਣ ਲੱਗੇ, ਪਹਿਲਾਂ ਤੂੰ ਆਪ ਨਾਮ ਜਪ ਕੇ ਦੇਖ, ਫਿਰ ਤੈਨੂੰ ਕਿਸੇ ਦੇ ਉੱਤੇ ਸਵਾਲ ਕਰਨ ਦੀ ਕੋਈ ਲੋੜ ਨਹੀਂ ਪਊਗੀ, ਕਿਉਂਕਿ ਤੈਨੂੰ ਖੁਦ ਬਖੁਦ ਇਸ ਦਾ ਜਵਾਬ ਮਿਲ ਜਾਊਗਾ ਕਿ ਨਾਮ ਜਪਣ ਦਾ ਨਾਲ ਇਨਸਾਨ ਦੇ ਅੰਦਰ ਕੀ ਚਮਤਕਾਰ ਹੁੰਦੇ ਆ। ਜਦ ਇਹ ਗੱਲ ਹੋਈ ਸੀ ਤਾਂ ਫਿਰ ਉਹ ਸੱਜਣ ਜਿਹੜੇ ਸੀ ਚੁੱਪ ਕਰਕੇ ਆਪਣੇ ਘਰ ਚਲੇ ਗਏ। ਪਰ 15 ਕੁ ਦਿਨਾਂ ਬਾਅਦ ਫਿਰ ਭਾਈ ਸਾਹਿਬ ਭਾਈ ਵੀਰ ਸੋਹਣਾ ਦੇ ਪਾਸ ਪਹੁੰਚੇ ਤਾਂ ਫਿਰ ਭਾਈ ਸਾਹਿਬ ਨੇ ਪੁੱਛਿਆ ਵੀ ਹਾਂ ਕੋਈ ਸਵਾਲ? ਅਤੇ ਉਹਨਾਂ ਨੇ ਆਉਂਦਿਆਂ ਸਾਰੀ ਭਾਈ ਸਾਹਿਬ ਹੁਣਾਂ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿਣ ਲੱਗੇ, ਹੁਣ ਕੋਈ ਸਵਾਲ ਨਹੀਂ, ਕਿਉਂਕਿ ਮੈਂ 15 ਦਿਨ ਨਾਮ ਜਪ ਕੇ ਦੇਖਿਆ, ਜਿਸ ਬਾਰੇ ਮੈਂ ਕਿਸੇ ਚੀਜ਼ ਦਾ ਊੜਾ ਐੜਾ ਨਹੀਂ ਸੀ ਜਾਣਦਾ। ਅੱਜ ਉਸੇ ਹੀ ਨਾਮ ਨੂੰ ਜਪ ਕੇ ਮੈਂ ਇੱਕ ਐਸੇ ਮਹਾਰਸ ਦੇ ਮੰਡਲ ਦੇ ਵਿੱਚ ਪਹੁੰਚ ਗਿਆ ਕਿ ਮੈਂ ਹੈਰਾਨ ਹਾਂ ਕਿ ਇਹੋ ਜਿਹਾ ਨਾਮ ਰਸ ਛੱਡ ਕੇ ਮੈਂ ਤਾਂ ਸਾਰੀ ਉਮਰ ਝਖਾਂ ਦੇ ਵਿੱਚ ਆਪਣੇ ਸਵਾਸ ਗਵਾਤੇ ਹੈ। ਸੋ ਇਹ ਹੈ ਨਾਮ ਜਪ ਦੀ ਵਡਿਆਈ। ਅੱਜ ਦਾਸ ਇਸੇ ਹੀ ਸੰਦਰਭ ਦੇ ਵਿੱਚ ਇੱਕ ਸੰਤ ਸ਼੍ਰੀ ਰਾਮਦਾਸ ਜੀ ਹੋਏ ਆ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 1981 ਦੀ ਘਟਨਾ ਦਾ ਬੜਾ ਸੁੰਦਰ ਜ਼ਿਕਰ ਕੀਤਾ ਹੈ। ਸੋ ਦਾਸ ਉਹਨਾਂ ਦੀ ਇਸ ਘਟਨਾ ਦਾ ਜੋ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਉਹ ਦੱਸਦੇ ਸੀਗੇ ਕਿ ਜਿਸ ਮਹਾਤਮਾ ਤੋਂ ਮੈਂ ਨਾਮ ਲਿਆ ਸੀ, ਮੈਂ ਉਹਨਾਂ ਨੂੰ ਸਰਕਾਰ ਆਖਦਾ ਸੀਗਾ। ਸੋ ਕਹਿੰਦੇ ਵੀ ਜਦੋਂ ਉਹਨਾਂ ਨੇ ਮੈਨੂੰ ਨਾਮ ਦੀ ਗੁੜਤੀ ਦਿੱਤੀ ਤਾਂ ਮੈਨੂੰ ਇੰਨਾ ਕਿਹਾ ਹੈਗਾ ਕਿ ਇਹ ਨਾਮ ਤੈਂ 12 ਸਾਲ ਜਪਣਾ ਹੈ। 12 ਸਾਲ ਨਾਮ ਜਪਦਿਆਂ ਮੇਰੇ ਪਾਸ ਨਹੀਂ ਆਉਣਾ, ਨਾ ਮੈਨੂੰ ਕੋਈ ਪੁੱਛਣਾ ਹੀ ਆ ਇਸ ਨਾਮ ਦੇ ਬਾਬਤ। ਹਾਂ, ਜਦੋਂ ਤੂੰ 12 ਸਾਲ ਨਾਮ ਜਪ ਕੇ ਹਟੂੰਗਾ, ਮੈਂ ਤੇਰੇ ਪਾਸ ਖੁਦ ਪਹੁੰਚ ਜਾਊਂਗਾ। ਇਹ ਸ਼੍ਰੀ ਰਾਮਦਾਸ ਜੀ ਦੇ ਆਪਣੇ ਬਚਨ। ਫਿਰ ਉਹ ਕਹਿਣ ਲੱਗੇ ਕਿ ਮੈਂ ਦੇਖੋ, ਜਿਉਂ ਰਾਮ ਸੀਤਾ ਰਾਮ ਇਹ ਜੋ ਸ਼ਬਦ ਮੈਨੂੰ ਦਿੱਤਾ ਸੀ, ਮੈਂ ਜਿਉਂ ਕਰਨ ਲੱਗਾ ਬਸ ਫਿਰ ਕਹਿੰਦੇ ਵੀ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ। ਜਿਉਂ ਕਹਿ ਲਓ ਕਿ ਇਸੇ ਸ਼ਬਦ ਦਾ ਮੈਂ 12 ਸਾਲ ਦੇ ਵਿੱਚ ਰੂਪ ਬਣ ਗਿਆ ਸੀ। ਇੱਕ ਵਾਰ ਕਹਿੰਦੇ ਮੇਰੇ ਘਰ ਦੀ ਇਹ ਘਟਨਾ ਹੈਗੀ ਆ ਕਿ ਮੈਂ ਘਰ ਦੇ ਵਿੱਚ ਬੈਠਾ ਇਸੇ ਤਰ੍ਹਾਂ ਨਾਮ ਦੇ ਵਿੱਚ ਮਸਤ ਸੀਗਾ ਅਤੇ ਬਹੁਤ ਮਹਾਰਸ ਦੇ ਵਿੱਚ ਬੈਠਾ ਹੋਇਆ ਸੀਗਾ। ਅਤੇ ਕਹਿੰਦੇ ਬੈਠੇ ਜਿਹੜੇ ਮੇਰੇ ਪਿਤਾ ਜੀ ਸੀਗੇ, ਉਹ ਘਰ ਦੀ ਡਿਓੜੀ ਦੇ ਵਿੱਚ ਬੈਠੇ ਹੋਏ ਸੀ। ਜਦ ਕਹਿੰਦੇ ਉਹ ਘਰ ਦੀ ਡਿਓੜੀ 'ਚ ਬੈਠੇ ਸੀ ਤਾਂ ਸਾਡੇ ਉਹਨਾਂ ਟਾਈਮਾਂ ਦੇ ਵਿੱਚ 3 ਹਲ ਚੱਲਦੇ ਹੁੰਦੇ ਸੀ ਬਲਦਾਂ ਵਾਲੇ। ਕਹਿੰਦੇ ਜਿਹੜੇ ਬਲਦਾਂ ਵਾਲੇ 3 ਹਲ ਚੱਲਦੇ ਹੁੰਦੇ ਸੀ ਅਤੇ ਸਾਡੇ ਪਿਤਾ ਜੀ ਕਹਿੰਦੇ ਜਿਹੜੇ ਸੀਗੇ ਉਹ ਡਿਓੜੀ 'ਚ ਬੈਠੇ ਜਦ ਕਾਫੀ ਸ਼ਾਮ ਹਨੇਰਾ ਹੋਣ ਲੱਗਿਆ ਅਤੇ ਉਹਨਾਂ ਨੇ ਅਚਨਚੇਤ ਮੈਨੂੰ ਆਵਾਜ਼ ਮਾਰ ਕੇ ਮੈਨੂੰ ਕਹਿਣ ਲੱਗੇ ਕਿ ਰਾਮਦਾਸ, ਹਨੇਰਾ ਹੋ ਗਿਆ, ਆਪਣੇ ਹਜੇ ਬਲਦ ਖੇਤਾਂ ਵਿੱਚੋਂ ਨਹੀਂ ਆਏ, ਤੂੰ ਇੱਦਾਂ ਕਰ ਬਾਹਰ ਜਾ ਕੇ ਦੇਖ ਕਿ ਆਪਣੇ ਬਲਦ ਖੇਤਾਂ ਵਿੱਚੋਂ ਅੱਜ ਲੇਟ ਕਿਉਂ ਆ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਉਸ ਟਾਈਮ ਸ਼੍ਰੀ ਰਾਮਦਾਸ ਜੀ ਨੇ ਕਿਹਾ ਸੀ, ਕਹਿੰਦੇ ਵੀ ਮੇਰਾ ਭਜਨ ਦੇ ਵਿੱਚੋਂ ਉੱਠਣ ਨੂੰ ਚਿੱਤ ਨਹੀਂ ਸੀ ਕਰਦਾ। ਸੋ ਕਹਿੰਦੇ ਉਸ ਟਾਈਮ ਐਸਾ ਇਲਾਹੀ ਰੱਬ ਦੀ ਰੰਗਣ ਦੇ ਵਿੱਚ ਮੈਂ ਰੰਗਿਆ ਗਿਆ ਸੀ। ਪਰ ਜਦੋਂ ਪਿਤਾ ਜੀ ਨੇ ਮੈਨੂੰ 2-3 ਵਾਰ ਜਿਹੜਾ ਸੀ ਉਹੀ ਸ਼ਬਦ ਦੁਹਰਾਇਆ ਕਿ ਉੱਠ ਕੇ ਬਾਹਰ ਖੇਤਾਂ 'ਚ ਜਾ ਕੇ ਦੇਖ ਕੇ ਬਲਦ ਅੱਜ ਘਰ ਪਹੁੰਚੇ ਨਹੀਂ, ਲੇਟ ਕਿਉਂ ਆ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ ਅਤੇ ਅਚਨਚੇਤ ਮੇਰੇ ਮੂੰਹੋਂ ਨਿਕਲਿਆ। ਮੈਂ ਕਿਹਾ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ, ਬਲਦ ਜਿਹੜੇ ਆ ਉਹ ਅੰਦਰ ਹੀ ਬੈਠੇ ਹੋਏ ਆ। ਦੇਖੋ ਕਹਿੰਦੇ ਕਹਿਣ ਦੀ ਢੇਰ ਸੀ ਅਤੇ ਮੇਰੇ ਪਿਤਾ ਜੀ ਕਹਿੰਦੇ ਚੁੱਪ ਕਰ ਗਏ, ਹੈਰਾਨ ਹੋ ਗਏ ਬਈ ਇਹ ਮੇਰੇ ਪੁੱਤਰ ਨੇ ਅੱਜ ਲੱਗਦਾ ਜੇ ਪਹਿਲੀ ਵਾਰ ਬੜੀ ਚਲਾਕੀ ਦੇ ਨਾਲ ਝੂਠ ਬੋਲਿਆ ਹੈ। ਪਰ ਕਹਿੰਦੇ ਜਦੋਂ ਉਹ ਅੰਦਰ ਗਏ ਤਾਂ ਕੀ ਦੇਖਿਆ, ਵਾਕਿਆ ਹੀ ਬਲਦ ਜਿਹੜੇ ਸੀਗੇ ਆਪਣਾ ਜਿਹੜਾ ਕਮਰਾ ਬਰਾਂਡਾ ਜਿੱਥੇ ਬੰਨੇ ਹੁੰਦੇ ਆ ਖੁਰਲੀ ਦੇ ਕੋਲ, ਉੱਥੇ ਬੈਠੇ ਗਾਲੀ ਕਰ ਰਹੇ ਸੀ। ਅਤੇ ਪਰ ਕਹਿੰਦੇ ਮੇਰੇ ਪਿਤਾ ਜੀ ਇਸ ਘਟਨਾ ਤੋਂ ਇੰਨੇ ਹੈਰਾਨ ਹੋਏ ਕਿ ਮੈਂ ਤਾਂ ਤਕਰੀਬਨ ਬਹੁਤ ਦੇਰ ਦਾ ਇਸ ਹੀ ਡਿਓੜੀ ਦੇ ਵਿੱਚ ਬੈਠਾ, ਹੋਰ ਕੋਈ ਘਰ ਆਉਣ ਜਾਣ ਵਾਸਤੇ ਰਸਤਾ ਨਹੀਂ ਆ। ਪਰ ਮੇਰੇ ਬੇਟੇ ਨੇ ਆਖਿਆ ਕਿ ਬਲਦ ਅੰਦਰ ਬੰਨੇ ਹੋਏ ਆ, ਅਤੇ ਇਹ ਬਲਦ ਖੇਤਾਂ ਵਿੱਚੋਂ ਅੰਦਰ ਕਿਵੇਂ ਆ ਗਏ?
ਕਹਿੰਦੇ ਇਹਦੀ ਅਜੇ ਤੱਕ ਜਿਹੜੀ ਆ ਮੇਰੇ ਪਿਤਾ ਜੀ ਕਹਿੰਦੇ ਮੈਨੂੰ ਕੋਈ ਸਮਝ ਨਹੀਂ ਆਈ। ਪਰ ਇੰਨਾ ਜ਼ਰੂਰ ਆ ਕਿ ਫਿਰ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਸੀ ਤਾਂ ਫਿਰ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਇਹਦੇ ਬਾਰੇ ਮੈਨੂੰ ਨਹੀਂ ਪਤਾ, ਬਸ ਮੈਨੂੰ ਇੰਨਾ ਪਤਾ ਹੈ ਕਿ ਇਹ ਸਭ ਨਾਮ ਦੀ ਵਡਿਆਈ ਆ, ਨਾਮ ਦੇ ਚਮਤਕਾਰ ਹੈ। ਸੋ ਉਹਨਾਂ ਨੇ ਫਿਰ ਜਿਹੜੀ ਦੂਸਰੀ ਘਟਨਾ 1980 ਦੇ ਵਿੱਚ ਇੱਕ ਹੋਰ ਵਾਪਰੀ ਸੀ, ਉਹ ਦੱਸਿਆ ਸੀਗਾ। ਕਹਿੰਦੇ ਵੀ ਜਦੋਂ ਸਾਡੇ ਜਿਹੜੇ ਖੇਤ ਸੀ, ਇੱਕ ਕਚੋਰੀ ਨਗਰ ਆ, ਉੱਥੇ ਸਾਡੀ ਜ਼ਮੀਨ ਸੀ। ਉਹਨਾਂ ਟਾਈਮਾਂ ਦੇ ਵਿੱਚ ਸਾਡੇ 3 ਹਲ ਚੱਲਦੇ ਸੀਗੇ ਅਤੇ ਇੱਕ ਕਹਿੰਦੇ ਉੱਥੇ ਹੈ ਨਾ ਆਦੀਵਾਸੀ ਇੱਕ ਕਾਮਾ ਸੀਗਾ। ਉਸ ਕਾਮੇ ਨੂੰ ਅਸੀਂ ਆਪਣੀ ਮਦਦ ਦੇ ਵਾਸਤੇ ਖੇਤਾਂ ਦੇ ਵਿੱਚ ਕੰਮ ਕਰਾਉਣ ਵਾਸਤੇ ਤਨਖਾਹ 'ਤੇ ਰੱਖ ਲਿਆ ਸੀ। ਅਤੇ ਕਹਿੰਦੇ ਉਹ ਜਿਹੜਾ ਸੀਗਾ ਸਾਡੇ ਨਾਲ ਹਲ ਚਲਾਉਣ ਦੇ ਵਿੱਚ ਮਦਦ ਕਰਦਾ ਸੀਗਾ। ਅਤੇ ਇੱਕ ਦਿਨ ਸ਼੍ਰੀ ਰਾਮਦਾਸ ਜੀ ਕਹਿਣ ਲੱਗੇ ਕਿ ਮੈਂ ਉਸੇ ਹੀ ਕਾਮੇ ਆਦੀਵਾਸੀ ਵਾਸਤੇ ਨਾ ਜਦ ਘਰੋਂ ਰੋਟੀ ਲੈ ਕੇ ਗਿਆ ਅਤੇ ਜਦ ਮੈਂ ਕੀ ਦੇਖਿਆ, ਉਹ ਇੱਕ ਛੋਟੀ ਜਿਹੀ ਛੱਪੜੀ ਸੀਗੀ ਪਾਣੀ ਦੀ, ਅਤੇ ਉਹਦੇ ਕੋਲ ਖੜਾ ਸੀਗਾ ਅਤੇ ਉਹਦੇ ਪਿੱਛੋਂ ਨਾ ਮੱਛੀਆਂ ਕੱਢ ਰਿਹਾ ਸੀਗਾ। ਕਹਿੰਦੇ ਜਦੋਂ ਮੈਂ ਉਸ ਨੂੰ ਇਸ ਤਰ੍ਹਾਂ ਮੱਛੀਆਂ ਕੱਢਦੇ ਦੇਖਿਆ ਅਤੇ ਮੱਛੀਆਂ ਕਹਿੰਦੇ ਜਿਹੜੀਆਂ ਉਹਨੇ ਕੱਢ ਕੇ ਰੱਖੀਆਂ ਸੀ ਇੱਕ ਪਾਸੇ ਸੁੱਕੀ ਜਗ੍ਹਾ ਤੜਫ ਰਹੀਆਂ ਸੀ। ਅਤੇ ਸ਼੍ਰੀ ਰਾਮਦਾਸ ਜੀ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਬੜੀ ਦਇਆ ਆਈ ਅਤੇ ਕਹਿੰਦੇ ਵੀ ਮੈਂ ਹੈ ਨਾ ਉਸ ਆਦੀਵਾਸੀ ਕਾਮੇ ਨੂੰ ਇਹ ਕਹਿ ਤਾ, ਮੈਂ ਕਿਹਾ ਦੇਖ ਆ ਜਿਹੜੀ ਤੂੰ ਜੀਵ ਹੱਤਿਆ ਕਰਦਾ ਤੇਰੇ ਵਾਸਤੇ ਚੰਗੀ ਨਹੀਂ। ਅੱਜ ਤੂੰ ਇਸ ਤਰ੍ਹਾਂ ਕਰ ਲਾ ਵੀ ਰੋਟੀ ਖਾ ਲਾ, ਰੋਟੀ ਖਾ ਕੇ ਦੂਸਰੇ ਦਿਨ ਤੂੰ ਸਾਡੇ ਨਾ ਖੇਤਾਂ 'ਚ ਕੰਮ ਕਰਨ ਨਹੀਂ ਆਉਣਾ। ਅਤੇ ਕਹਿੰਦੇ ਮੈਂ ਉਹਨੂੰ ਨਾ ਸਿੱਧਾ ਜਵਾਬ ਦੇ ਦਿੱਤਾ। ਜਦੋਂ ਸ਼੍ਰੀ ਰਾਮਦਾਸ ਜੀ ਕਹਿੰਦੇ ਕਿ ਮੈਂ ਉਹਨੂੰ ਸਿੱਧਾ ਜਵਾਬ ਦਿੱਤਾ ਅਤੇ ਉਹ ਜਿਹੜਾ ਆਦੀਵਾਸੀ ਕਾਮਾ ਸੀ ਉਹ ਮਨ ਵਿੱਚ ਬੜਾ ਡਰ ਗਿਆ ਅਤੇ ਮੈਨੂੰ ਕਹਿਣ ਲੱਗਾ ਵੀ ਚਲੋ ਠੀਕ ਆ, ਅੱਜ ਤੋਂ ਬਾਅਦ ਮੈਂ ਮੱਛੀਆਂ ਕਦੀ ਨਹੀਂ ਫੜੂੰਗਾ, ਕਦੀ ਨਹੀਂ ਮਾਰੂੰਗਾ, ਪਰ ਤੁਸੀਂ ਮੈਨੂੰ ਕੰਮ ਤੋਂ ਜਵਾਬ ਨਾ ਦਿਓ। ਕਹਿੰਦੇ ਮੈਂ ਕਿਹਾ ਚੱਲ ਠੀਕ ਆ ਵੀ ਤੈਨੂੰ ਮੈਂ ਹੁਣ ਕੰਮ ਤੋਂ ਜਵਾਬ ਨਹੀਂ ਦਊਂਗਾ, ਅਤੇ ਅਗਰ ਸ਼ਰਤ ਇਹੋ ਵੀ ਆ ਕਿ ਤੈਂ ਹੈ ਨਾ ਮੁੜ ਕੇ ਜੀਵ ਹੱਤਿਆ ਨਹੀਂ ਕਰਨੀ। ਫਿਰ ਕਹਿੰਦੇ ਉਹ ਆਦੀਵਾਸੀ ਮੈਨੂੰ ਕਹਿਣ ਲੱਗਾ, ਕਹਿੰਦਾ ਠੀਕ ਆ ਮੈਂ ਆਪ ਦੀ ਗੱਲ 'ਤੇ ਪੂਰਾ ਪਹਿਰਾ ਦਊਂਗਾ, ਪਰ ਹੁਣ ਮੈਨੂੰ ਦੱਸੋ ਕਿ ਜਦੋਂ ਮੇਰੇ ਕੋਲ ਵਿਹਲਾ ਟਾਈਮ ਹੁੰਦਾ ਕੰਮ ਤੋਂ ਬਾਅਦ, ਉਸ ਟਾਈਮ ਫਿਰ ਮੈਂ ਕੀ ਕਰਾਂ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਸ਼੍ਰੀ ਰਾਮਦਾਸ ਜੀ ਕਹਿੰਦੇ ਮੈਂ ਉਹਨੂੰ ਕਿਹਾ ਵੀ ਤੂੰ ਕਰਨਾ ਕੀ ਆ, ਤੂੰ ਰੱਬ ਦਾ ਨਾਂ ਲਿਆ ਕਰ। ਅਤੇ ਕਹਿੰਦੇ ਉਹ ਇੰਨਾ ਭੋਲਾ ਸੀ, ਮੈਨੂੰ ਕਹਿੰਦੇ ਮੈਂ ਕੀ ਕਿਹਾ ਕਰਾਂ। ਅਤੇ ਕਹਿੰਦੇ ਮੈਂ ਉਹਨੂੰ ਇੰਨੀ ਗੱਲ ਕਹੀ ਵੀ ਤੂੰ ਇੱਦਾਂ ਕਰਿਆ ਕਰ, ਤੂੰ ਕਹਿ ਦਿਆ ਕਰ ਸੀਤਾ ਰਾਮ ਸੀਤਾ ਰਾਮ, ਬਸ ਇੱਦਾਂ ਕਹਿੰਦੇ ਕਰਿਆ ਕਰ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਉਹ ਕਹਿੰਦਾ ਠੀਕ ਹੈ ਜੀ, ਮੈਂ ਹੈ ਨਾ ਹਮੇਸ਼ਾ ਸੀਤਾ ਰਾਮ ਹੀ ਕਹੂ ਜਾਊਂ। ਬਸ ਕਹਿੰਦੇ ਉਹਨੇ ਰਸਨਾ ਦੇ ਉੱਤੇ ਇਸ ਨਾਮ ਨੂੰ ਐਸਾ ਪਕੜਿਆ। 1 ਮਹੀਨਾ ਹੋ ਗਿਆ। 1 ਮਹੀਨੇ ਬਾਅਦ ਕਹਿੰਦੇ ਵੀ ਉਹਦੀ ਇਸ ਸੁਰਤ ਦੇ ਵਿੱਚ ਬੜੀ ਚੜ੍ਹਦੀ ਕਲਾ ਹੋਈ। ਜਿਉਂ ਕਹਿੰਦੇ ਉਹਨੇ ਨਾਮ ਜਪਣਾ ਸ਼ੁਰੂ ਕੀਤਾ, 1 ਮਹੀਨੇ ਦੇ ਵਿੱਚ ਉਹਦੀ ਗੱਲ ਬਣ ਗਈ। ਜਦ ਕਹਿੰਦੇ 1 ਮਹੀਨੇ ਦੇ ਵਿੱਚ ਉਹਦੀ ਗੱਲ ਬਣ ਗਈ, ਉਹਦੀ ਸੁਰਤ ਜਿਹੜੀ ਸੀ ਉਡਾਰੀਆਂ ਲਾਉਣ ਲੱਗ ਪਈ। ਅਤੇ ਫਿਰ ਕਹਿੰਦੇ ਉਹ ਇੱਕ ਦਿਨ ਮੇਰੇ ਕੋਲ ਆਏ ਮਹੀਨੇ ਬਾਅਦ ਅਤੇ ਮੈਨੂੰ ਕਹਿਣ ਲੱਗੇ ਕਿ ਰਾਮਦਾਸ ਜੀ ਮੈਂ ਆਪ ਜੀ ਦੇ ਨਾਲ ਇੱਕ ਗੱਲ ਕਰਨੀ ਹੈ। ਕਹਿੰਦੇ ਮੈਂ ਕਿਹਾ ਕੀ ਗੱਲ ਕਰਨੀ। ਕਹਿੰਦੇ ਵੀ ਮੈਨੂੰ ਰਾਤੀ ਸੁਪਨਾ ਆਇਆ, ਇੱਕ ਸੁਪਨੇ ਦੇ ਵਿੱਚ ਮੈਨੂੰ ਇੱਕ ਜਟਾ ਜੂਟ ਸਾਧੂ ਜਿਹੜਾ ਸੀਗਾ, ਜਿਹਨੇ ਕੋ ਪੀਣ ਪਹਿਨੀ ਹੋਈ ਸੀ ਅਤੇ ਬਾਕੀ ਸਰੀਰ ਬਿਲਕੁਲ ਉਹ ਨੰਗਾ ਸੀਗਾ, ਅਤੇ ਮੈਨੂੰ ਆ ਕੇ ਕਹਿਣ ਲੱਗਾ ਕਿ ਜਿਹੜਾ ਤੂੰ ਇਹ ਨਾਮ ਜਪਦਾ ਹਾਂ ਇਹਨੂੰ ਬੰਦ ਕਰ ਦੇ, ਅਤੇ ਅਗਰ ਤੂੰ ਨਾਮ ਜਪਣਾ ਬੰਦ ਨਹੀਂ ਕਰੂੰਗਾ ਤਾਂ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕਸ਼ਟ ਪਾਊਂਗਾ। ਇਹ ਐਡੇ ਵੱਡੇ ਕਸ਼ਟ ਪਾਊਂਗਾ ਕਿ ਉਹਨਾਂ ਕਸ਼ਟਾਂ ਦੇ ਨਾਲ ਤੇਰੀ ਮੌਤ ਵੀ ਹੋ ਸਕਦੀ ਆ। ਜਦੋਂ ਕਹਿੰਦੇ ਉਸ ਆਦੀਵਾਸੀ ਨੇ ਮੈਨੂੰ ਆਪਣਾ ਸੁਪਨਾ ਦੱਸਿਆ ਅਤੇ ਫਿਰ ਸ਼੍ਰੀ ਰਾਮਦਾਸ ਜੀ ਕਹਿਣ ਲੱਗੇ, ਕਹਿੰਦੇ ਮੈਂ ਉਹਨੂੰ ਸੁਧਾਰ ਨਹੀਂ ਆਖਿਆ, ਅਗਰ ਤੈਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ ਹੈ ਅਤੇ ਸਾਧੂ ਨੇ ਤੈਨੂੰ ਇਹ ਗੱਲ ਆਖੀ ਆ ਸੁਪਨੇ 'ਚ ਕਿ ਤੂੰ ਨਾਮ ਜਪਣਾ ਬੰਦ ਕਰ ਦੇ, ਫਿਰ ਤੂੰ ਇਸ ਤਰ੍ਹਾਂ ਕਰ ਵੀ ਤੂੰ ਨਾਮ ਜਪਣਾ ਬੰਦ ਕਰ ਦੇ, ਫਿਰ ਕਿਹੜੀ ਗੱਲ ਆ ਜੇ ਐਡਾ ਕਸ਼ਟ ਤੇਰੇ ਸਰੀਰ 'ਤੇ ਆਉਣਾ ਹੈ। ਤਾਂ ਪਰ ਕਹਿੰਦੇ ਉਹ ਆਦੀਵਾਸੀ ਮੈਨੂੰ ਕਹਿਣ ਲੱਗਾ ਕਿ ਭਾਈ ਮੈਂ ਨਾਮ ਜਪਣਾ ਹੁਣ ਕਿਵੇਂ ਬੰਦ ਕਰ ਸਕਦਾ ਹਾਂ, ਮੈਂ ਤਾਂ ਬੰਦ ਕਰ ਦੂੰਗਾ, ਪਰ ਜਿਹੜਾ ਨਾਮ ਪਰਮੇਸ਼ਰ ਦਾ ਮੈਨੂੰ ਜਪਾ ਰਿਹਾ ਅੰਦਰੋਂ, ਉਹ ਨਾਮ ਮੇਰੇ ਅੰਦਰੋਂ ਬੰਦ ਨਹੀਂ ਹੁੰਦਾ ਹੈ, ਉਹ ਤਾਂ ਆਪਣੇ ਆਪ ਹੀ ਚੱਲੀ ਜਾਂਦਾ ਹੈਗਾ। ਹੁਣ ਮੈਂ ਤਾਂ ਬੰਦ ਕਰ ਦੂੰਗਾ, ਪਰ ਰੱਬ ਜਿਹੜਾ ਹੈਗਾ ਉਹ ਤਾਂ ਆਪਣੇ ਆਪ ਹੀ ਅੰਦਰੋਂ ਨਾਮ ਚਲਾ ਰਿਹਾ ਹੈਗਾ, ਮੈਂ ਉਹਨੂੰ ਕਿਵੇਂ ਬੰਦ ਕਰਾਂ। ਜਦੋਂ ਕਹਿੰਦੇ ਉਹਨੇ ਆਪਣੀ ਮਨ ਦੀ ਇਹ ਅਵਸਥਾ ਦੱਸੀ ਅਤੇ ਫਿਰ ਸ਼੍ਰੀ ਰਾਮਦਾਸ ਜੀ ਕਹਿੰਦੇ ਵੀ ਅਸੀਂ ਚੁੱਪ ਕਰ ਗਏ। ਤਾਂ ਮੈਂ ਕਿਹਾ ਚੱਲ ਠੀਕ ਆ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਕਰੀ ਜਾ। ਕਹਿੰਦੇ ਗੱਲ ਕੀ, ਉਹ ਆਪਣੇ ਜਿਹੜੇ ਸੀਗਾ ਕਮਰੇ 'ਚ ਚਲਿਆ ਗਿਆ ਅਤੇ ਉੱਥੇ ਪਹਿਲੇ ਦੀ ਤਰ੍ਹਾਂ ਜਿਵੇਂ ਉਹਦਾ ਅੰਦਰ ਨਾਮ ਆਪ ਮੁਹਾਰੇ ਚੱਲਦਾ ਸੀਗਾ ਉਹਦੇ ਵਿੱਚ ਮਸਤ ਹੋ ਗਿਆ। ਪਰ ਕਹਿੰਦੇ ਸਵੇਰ ਹੋਈ, ਅਗਲਾ ਦਿਨ ਹੋਇਆ, ਉਹਦੇ ਸਵੇਰੇ ਸੁੱਤਿਆਂ ਉੱਠਿਆਂ ਪੈਰਾਂ ਦੇ ਵਿੱਚ ਪਹਿਲਾਂ ਖਾਜ ਹੋਈ, ਖਾਰਿਸ਼ ਹੋਈ। ਖਾਰਿਸ਼ ਤੋਂ ਬਾਅਦ ਕਹਿੰਦੇ ਵੀ ਉਹਦੇ ਪੈਰਾਂ ਦੇ ਵਿੱਚ ਬੜੀ ਜਲਨ ਹੋਈ। ਜਦ ਜਲਨ ਹੋਈ ਤਾਂ ਫਿਰ ਕਹਿੰਦੇ ਉਸ ਆਦਿਵਾਸੀ ਨੇ ਮੈਨੂੰ ਦੱਸਿਆ ਕਿ ਮੇਰੇ ਪੈਰਾਂ ਦੇ ਵਿੱਚੋਂ ਬਹੁਤ ਵੱਡਾ ਸੇਕ ਨਿਕਲਣਾ ਸ਼ੁਰੂ ਹੋ ਗਿਆ। ਕਹਿੰਦੇ ਫਿਰ ਮੈਂ ਉਹਨੂੰ ਕਿਹਾ, ਤੂੰ ਇਸ ਤਰ੍ਹਾਂ ਕਰ, ਅਗਰ ਤੇਰੇ ਪੈਰਾਂ 'ਚੋਂ ਜ਼ਿਆਦਾ ਸੇਕ ਨਿਕਲਦਾ ਤਾਂ ਤੂੰ ਆਪਣੇ ਪੈਰਾਂ ਨੂੰ ਠੰਡੇ ਪਾਣੀ ਦੇ ਬਰਤਨ ਦੇ ਵਿੱਚ ਹੈ ਨਾ ਕੁਛ ਟੇਰ ਪਾ ਕੇ ਰੱਖਿਆ ਕਰ, ਤਾਂ ਜੋ ਇਹ ਜਿਹੜਾ ਸੇਕ ਵਾ ਇਹ ਤੇਰੇ ਪੈਰਾਂ ਨੂੰ ਇੰਨਾ ਗਰਮ ਨਾ ਕਰੇ। ਉਸ ਤੋਂ ਬਾਅਦ ਕਹਿੰਦੇ ਉਹਨੇ ਇਸ ਤਰ੍ਹਾਂ ਕੀਤਾ।
ਕਿ ਠੰਡੇ ਪਾਣੀ ਦਾ ਜਲ ਲੈ ਲਿਆ, ਉਹਦੇ ਵਿੱਚ ਆਪਣੇ ਪੈਰ ਜਿਹੜੇ ਸੀ ਉਹ ਪਾ ਕੇ ਉਹਨੇ ਬਹਿਣਾ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਉਹ ਜਿਹੜਾ ਸੇਕ ਉਹਦੇ ਪੈਰਾਂ 'ਚੋਂ ਨਿਕਲਦਾ ਸੀ ਉਹ ਇੰਨਾ ਜ਼ਿਆਦਾ ਤੇਜ਼ ਪ੍ਰਬਲ ਹੋ ਗਿਆ ਕਿ ਜਿਹੜਾ ਠੰਡਾ ਪਾਣੀ ਜਿਹ 'ਚ ਉਹਨੇ ਪੈਰ ਪਾਏ ਹੁੰਦੇ ਸੀ ਉਹ ਪਾਣੀ ਵੀ ਗਰਮ ਹੋਣ ਲੱਗ ਪਿਆ। ਕਰਦੇ ਕਰਦੇ ਕਹਿੰਦੇ ਉਹਦੀ ਹਾਲਤ ਜਿਹੜੀ ਸੀਗੀ ਬਿਲਕੁਲ ਜਿਹੜੀ ਸੀ ਉਹ ਖਰਾਬ ਹੋ ਗਈ, ਦਿਨੋਂ ਦਿਨ ਖਰਾਬ ਹੋਈ, ਅਤੇ ਇੱਥੋਂ ਤੱਕ ਕਹਿੰਦੇ ਖਰਾਬ ਹੋ ਗਈ ਕਿ ਉਹਦੇ ਪੈਰਾਂ ਦੀ ਜਿਹੜੀ ਥੱਲੜੀ ਚਮੜੀ ਸੀ ਨਾ ਉਹ ਵੀ ਲੈ ਗਈ। ਜਦੋਂ ਕਹਿੰਦੇ ਚਮੜੀ ਵੀ ਉਹਦੀ ਜਦੋਂ ਲੈ ਗਈ ਤਾਂ ਫਿਰ ਕਹਿੰਦੇ ਉਹਨੇ ਮੈਨੂੰ ਦੱਸਿਆ ਕਿ ਮੇਰੀ ਤਾਂ ਹੁਣ ਚਮੜੀ ਵੀ ਪੈਰਾਂ ਦੀ ਉਤਰ ਗਈ ਆ। ਕਹਿੰਦੇ ਮੈਂ ਕਿਹਾ ਚੱਲ ਠੀਕ ਆ, ਪਰ ਤੂੰ ਆਪਣਾ ਜਿਹੜਾ ਸਿਮਰਨ ਹੈ ਉਹ ਕਿਵੇਂ ਆ? ਉਹ ਤਾਂ ਕਹਿੰਦੇ ਉਹ ਤਾਂ ਆਪਣੇ ਆਪ ਹੀ ਚੱਲਦਾ ਰਹਿੰਦਾ, ਮੈਨੂੰ ਸੁਣਦਾ ਰਹਿੰਦਾ ਹੈਗਾ, ਅਤੇ ਮੇਰੀ ਜਿਹੜੀ ਸੁਰਤ ਆ ਉਹਦੇ ਵਿੱਚ ਹਮੇਸ਼ਾ ਲੀਨ ਰਹਿੰਦੇ ਆ। ਜਦੋਂ ਕਹਿੰਦੇ ਉਸ ਆਦੀਵਾਸੀ ਨੌਕਰ ਨੇ ਮੈਨੂੰ ਦੱਸਿਆ ਸੀ ਅਤੇ ਸ੍ਰੀ ਰਾਮਦਾਸ ਜੀ ਕਹਿੰਦੇ ਕਿ ਮੈਂ ਚੁੱਪ ਕਰ ਗਿਆ। ਪਰ ਫਿਰ ਕਹਿੰਦੇ ਵੀ ਉਹੀ ਨੌਕਰ ਮੇਰੇ ਪਾਸ ਦੂਸਰੇ ਦਿਨ ਆਇਆ। ਜਦ ਕਹਿੰਦੇ ਦੂਸਰੇ ਦਿਨ ਉਹ ਬੜਾ ਖੁਸ਼ ਸੀਗਾ, ਅਤੇ ਕਹਿੰਦੇ ਮੈਂ ਉਹਨੂੰ ਕਾਰਨ ਪੁੱਛਿਆ ਵੀ ਕੀ ਗੱਲ ਅੱਜ ਤੂੰ ਬੜਾ ਖੁਸ਼ ਹੋਵਾਂ, ਕੱਲ੍ਹ ਤੂੰ ਬੜਾ ਉਦਾਸ ਸੀ। ਤਾਂ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਰਾਤੀ ਮੈਨੂੰ ਫਿਰ ਸੁਪਨਾ ਆਇਆ, ਸੁਪਨੇ ਵਿੱਚ ਉਹੀ ਸਾਧੂ ਕਹਿੰਦੇ ਫਿਰ ਜਿਹੜਾ ਸੀ ਮੇਰੇ ਪਾਸ ਆਇਆ, ਅਤੇ ਮੈਨੂੰ ਇਹ ਕਹਿਣ ਲੱਗਾ ਕਿ ਦੇਖ ਜਿਹੜੇ ਤੈਨੂੰ ਜੀਵਨ ਦੇ ਵਿੱਚ ਜਿੰਨੇ ਵੀ ਕਸ਼ਟ ਮਿਲਣੇ ਸੀ ਹੈ ਨਾ ਉਹ ਸਾਰੇ ਕਸ਼ਟ ਤੇਰੇ ਜਿਹੜੇ ਆ ਇਸ ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਦੂਰ ਹੋ ਗਏ ਆ। ਉਸ ਤੋਂ ਬਾਅਦ ਕਹਿੰਦੇ ਉਸੇ ਹੀ ਸਾਧੂ ਨੇ ਸੁਪਨੇ ਦੇ ਵਿੱਚ ਮੈਨੂੰ ਇੱਕ ਲੱਡੂ ਦਿੱਤਾ ਅਤੇ ਮੈਨੂੰ ਕਹਿਣ ਲੱਗਾ ਵੀ ਆਹ ਲੱਡੂਆਂ ਦਾ ਪ੍ਰਸ਼ਾਦ ਤੂੰ ਖਾ ਲਾ, ਇਹਦੇ ਨਾਲ ਫਿਰ ਅਗਲੀ ਜ਼ਿੰਦਗੀ ਦੇ ਵਿੱਚ ਤੈਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਆਊਗਾ, ਕੋਈ ਰੋਗ ਨਹੀਂ ਆਊਗਾ। ਫਿਰ ਉਹੀ ਹੀ ਆਦੀਵਾਸੀ ਨੇ ਸ੍ਰੀ ਰਾਮਦਾਸ ਨੂੰ ਦੱਸਿਆ ਕਿ ਉਹ ਜਿਹੜਾ ਸੁਪਨੇ 'ਚ ਲੱਡੂ ਦਿੱਤਾ ਸੀਗਾ, ਜਦੋਂ ਮੇਰੀ ਜਾਗ ਖੁੱਲ੍ਹੀ ਸੀ ਤਾਂ ਮੈਂ ਹੈਰਾਨ ਸੀ, ਉਹੀ ਲੱਡੂ ਮੇਰੇ ਹੱਥ ਵਿੱਚ ਸੀਗਾ। ਫਿਰ ਕਹਿੰਦੇ ਵੀ ਮੈਂ ਉਹੀ ਲੱਡੂ ਜਿਹੜਾ ਸੀਗਾ ਆਪਣੀ ਅਲਮਾਰੀ 'ਚ ਬੜੇ ਸੁੰਦਰ ਢੰਗ ਦੇ ਨਾਲ ਕੱਪੜੇ 'ਚ ਬੰਨ੍ਹ ਕੇ ਰੱਖ ਦਿੱਤਾ। ਫਿਰ ਮੈਂ ਕਹਿੰਦੇ ਦਾਤਣ ਕੀਤੀ, ਇਸ਼ਨਾਨ ਕੀਤਾ, ਉਸ ਤੋਂ ਬਾਅਦ ਉਹ ਲੱਡੂ ਸਾਰਾ ਜਿਹੜਾ ਉਹ ਖਾ ਲਿਆ। ਜਦੋਂ ਕਹਿੰਦੇ ਇੰਨੀ ਗੱਲ ਹੋਈ ਅਤੇ ਫਿਰ ਸ੍ਰੀ ਰਾਮਦਾਸ ਜੀ ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਇਹਦਾ ਕੋਈ ਪੂਰਬਲਾ ਕਰਮ ਆ, ਕੋਈ ਪੂਰਬਲੇ ਕਰਮ ਦੇ ਵਿੱਚ ਇਹ ਜਿਹੜਾ ਆਦੀਵਾਸੀ ਨੌਕਰ ਬਹੁਤ ਵੱਡਾ ਤਪਸਵੀ ਹੋ ਸਕਦਾ। ਕਿਉਂ? ਤਦੇ ਹੀ ਇਹਦੀ ਚੜ੍ਹਾਈ ਜਿਹੜੀ ਆ 1 ਮਹੀਨੇ ਦੇ ਅੰਦਰ ਅੰਦਰ ਹੋ ਗਈ ਆ। ਉਸ ਤੋਂ ਬਾਅਦ ਕਹਿੰਦੇ ਵੀ ਥੋੜ੍ਹੇ ਜਿਹੜਾ ਸੀਗਾ ਮਹੀਨੇ ਨਿਕਲੇ ਤਾਂ ਉਸੇ ਹੀ ਆਦੀਵਾਸੀ ਦੀ ਮ੍ਰਿਤੂ ਹੋ ਗਈ। ਜਦ ਕਹਿੰਦੇ ਉਹਦੀ ਮੌਤ ਹੋਈ ਆ, ਮੌਤ ਹੋਣ ਤੋਂ ਬਾਅਦ ਜਿਹੜੇ ਆਦੀਵਾਸੀ ਉਹਦੇ ਨਾਲ ਦੇ ਸੀਗੇ ਉਹਦੀ ਦੇਹ ਨੂੰ ਜਿਹੜੇ ਸੀਗੇ ਆਪਣੇ ਨਗਰ 'ਚ ਲੈ ਗਏ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਕੀ ਦੇਖਿਆ ਕਿ ਇਹਦੀ ਮੌਤ ਤਾਂ ਹੋ ਗਈ ਆ, ਪਰ ਇਹਦੀ ਇੱਕ ਸੱਜੇ ਹੱਥ ਦੀ ਜਿਹੜੀ ਉਂਗਲੀ ਆ ਉਹ ਅਜੇ ਤੱਕ ਹਿੱਲ ਰਹੀ ਆ। ਜਦੋਂ ਕਹਿੰਦੇ ਸੱਜੇ ਹੱਥ ਦੀ ਉਂਗਲੀ ਉਹ ਆਪਣੇ ਆਪ ਹਿੱਲ ਰਹੀ ਸੀ, ਫਿਰ ਆਦੀਵਾਸੀਆਂ ਨੇ ਮਨ 'ਚ ਸਲਾਹ ਕੀਤੀ ਵੀ ਇਹ ਤਾਂ ਮਰਿਆ ਪਿਆ ਪਰ ਇਹਦੀ ਉਂਗਲੀ ਆਟੋਮੈਟਿਕ ਹਿੱਲ ਰਹੀ ਆ, ਜਦ ਤੱਕ ਇਹਦੀ ਉਂਗਲੀ ਹਿੱਲਣੋਂ ਬੰਦ ਨਾ ਹੋ ਗਈ ਤਦ ਤੱਕ ਇਹਦਾ ਅਸੀਂ ਸੰਸਕਾਰ ਨਹੀਂ ਕਰਨਾ। ਫਿਰ ਕਹਿੰਦੇ ਉਸ ਤੋਂ ਬਾਅਦ ਉਹ ਹੀ ਆਦੀਵਾਸੀ ਨੌਕਰ ਜਿਹੜਾ ਮਰ ਗਿਆ ਸੀਗਾ ਉਹ ਜਿੰਦਾ ਹੋ ਗਿਆ। ਜਦ ਜਿੰਦਾ ਹੋ ਗਿਆ ਤਾਂ ਬਾਕੀ ਜਿਹੜੇ ਆਦੀਵਾਸੀ ਉਹਦੇ ਦੁਆਲੇ ਬੈਠੇ ਸੀਗੇ ਉਹਦਾ ਸੰਸਕਾਰ ਕਰਨ ਵਾਸਤੇ, ਉਹ ਸਾਰੇ ਹੈਰਾਨ ਹੋ ਗਏ। ਪਰ ਉਸ ਤੋਂ ਬਾਅਦ ਉਸ ਆਦੀਵਾਸੀ ਨੇ ਦੱਸਿਆ ਸੀਗਾ ਕਿ ਜਦੋਂ ਮੈਂ ਮਰ ਗਿਆ ਸੀਗਾ ਅਤੇ ਫਿਰ ਮੈਂ ਸਿੱਧਾ ਜਿਹੜਾ ਸੀਗਾ ਉਹ ਧਰਮਰਾਜ ਦੇ ਕਚਹਿਰੀ 'ਚ ਚਲ ਗਿਆ ਸੀ। ਉਸ ਤੋਂ ਬਾਅਦ ਕਹਿੰਦੇ ਮੈਂ ਕੀ ਦੇਖਿਆ ਕਿ ਉੱਥੇ ਹੈ ਨਾ ਕਾਲੇ ਰੰਗ ਦੇ ਬਹੁਤ ਆਦਮੀ ਜਿਹੜੇ ਖੜ੍ਹੇ ਸੀ ਜਿਨ੍ਹਾਂ ਨੂੰ ਜਮਦੂਤ ਆਖਦੇ ਆ। ਉਸ ਤੋਂ ਬਾਅਦ ਉਹ ਦੱਸਦਾ ਸੀਗਾ ਕਿ ਜਦੋਂ ਮੈਂ ਧਰਮਰਾਜ ਦੀ ਕਚਹਿਰੀ 'ਚ ਖੜ੍ਹਾ ਸੀਗਾ ਅਤੇ ਜਿਹੜੇ ਆਲੇ ਦੁਆਲੇ ਦੇ ਨਰਕ ਸੀਗੇ ਉਹਨਾਂ ਦੇ ਵਿੱਚੋਂ ਬੜੀਆਂ ਚੀਕਾਂ ਅਤੇ ਕੁਰਲਾਟਾਂ ਦੀਆਂ ਆਵਾਜ਼ਾਂ ਉੱਚੀ ਉੱਚੀ ਕਹਿੰਦੇ ਉੱਥੇ ਸੁਣਾਈ ਦੇ ਰਹੀਆਂ ਸੀਗੀਆਂ। ਅਤੇ ਉਹ ਇਉਂ ਲੱਗਦਾ ਸੀਗਾ ਜਿਵੇਂ ਨਰਕਾਂ ਦੇ ਵਿੱਚ ਬੜੀ ਭਾਰੀ ਅੱਗ ਬਲ ਰਹੀ ਹੋਵੇ, ਅਤੇ ਐਸੀਆਂ ਭਿਆਨਕ ਸਜ਼ਾਵਾਂ ਦੀ ਜਿਹੜੀ ਕੁਰਲਾਹਟ ਸੀ ਉਹ ਕਹਿੰਦਾ ਵੀ ਮੈਨੂੰ ਉੱਥੇ ਸੁਣਾਈ ਦੇ ਰਹੀ ਸੀ। ਉਸ ਤੋਂ ਬਾਅਦ ਫਿਰ ਧਰਮਰਾਜ ਨੇ ਆਖਿਆ ਸੀਗਾ ਕਿ ਇਸ ਨੂੰ ਨਹੀਂ ਸੀ ਲਿਆਉਣਾ ਕਿਉਂਕਿ ਇਹ ਤਾਂ ਰੱਬ ਦਾ ਭਗਤ ਹੈਗਾ, ਇਹ ਗਲਤੀ ਦੇ ਨਾਲ ਆਪਾਂ ਇੱਥੇ ਲੈ ਆਏ ਹਾਂ, ਇਸ ਕਰਕੇ ਉਹਨੇ ਨਾਲ ਦਿਆਂ ਨੂੰ ਆਖਿਆ ਕਿ ਇਹਨੂੰ ਹੈ ਨਾ ਵਾਪਸ ਭੇਜ ਦਿਓ। ਜਦੋਂ ਕਹਿੰਦੇ ਵੀ ਉਹਨਾਂ ਨੇ ਮੈਨੂੰ ਵਾਪਸ ਭੇਜਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਕਹਿੰਦੇ ਵੀ ਉਸੇ ਹੀ ਧਰਮਰਾਜ ਨੇ ਮੈਨੂੰ ਜਿਹੜੀ ਸੀਗੀ ਇੱਕ ਉਪਦੇਸ਼ ਦੇ ਕੇ ਇਹ ਗੱਲ ਆਖੀ, ਕਹਿੰਦੇ ਵੀ ਦੇਖ ਅੱਜ ਤੋਂ ਬਾਅਦ ਤਾਂ ਕਿਸੇ ਦੇ ਨਾਲ ਵੀ ਕੋਈ ਅਪਦਰ ਨਹੀਂ ਕਰਨਾ, ਭਾਵ ਕਿ ਜੀਵ ਹੱਤਿਆ ਨਹੀਂ ਕਰਨੀ। ਅਤੇ ਇਹ ਕਹਿੰਦੇ ਜਿਹੜਾ ਉਪਦੇਸ਼ ਸੀਗਾ ਧਰਮਰਾਜ ਨੇ ਮੈਨੂੰ ਦਿੱਤਾ ਸੀਗਾ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਜਦ ਮੈਨੂੰ ਸੁਰਤ ਆਈ ਤਾਂ ਮੈਂ ਕੀ ਦੇਖਿਆ, ਮੈਂ ਮੁੜ ਕੇ ਫਿਰ ਜਿਹੜਾ ਸੀ ਜਿੰਦਾ ਹੋ ਗਿਆ ਸੀਗਾ, ਅਤੇ ਮੇਰੇ ਨਾਲ ਦੇ ਜਿਹੜੇ ਸੰਗੀ ਸਾਥੀ ਰਿਸ਼ਤੇਦਾਰ ਸੀਗੇ ਉਹ ਸਾਰੇ ਹੈਰਾਨ ਹੋ ਗਏ ਸੀਗੇ। ਇਸ ਤਰ੍ਹਾਂ ਸ਼੍ਰੀ ਰਾਮਦਾਸ ਜੀ ਨੇ ਆਪਣਾ ਇੱਕ ਆਦੀਵਾਸੀ ਨੌਕਰ ਦੀ ਜਿਹੜੀ ਸੀ ਉਹ ਘਟਨਾ ਦਾ ਵਰਣਨ ਕੀਤਾ ਕਿ ਕਿਸ ਤਰ੍ਹਾਂ ਉਹਨੇ ਨਾਮ ਜਪਿਆ ਅਤੇ 1 ਮਹੀਨੇ ਦੇ ਵਿੱਚ ਉਹਦੇ ਵਿੱਚ ਐਸੀ ਤਬਦੀਲੀ ਹੋਈ। ਇਹ ਸਾਰਾ ਨਾਮ ਭਜਨ ਸਿਮਰ ਦਾ ਹੀ ਪ੍ਰਤਾਪ ਆ ਕਿ ਇਹੋ ਜਿਹੇ ਜਿਹੜੇ ਚਮਤਕਾਰ ਹੈਗੇ ਆ ਉਹ ਕਈ ਵਾਰੀ ਇਸ ਤਰ੍ਹਾਂ ਵਾਪਰ ਜਾਂਦੇ ਆ ਕਿ ਆਮ ਇਨਸਾਨ ਇਹਨਾਂ ਚਮਤਕਾਰਾਂ ਵਾਸਤੇ ਸੋਚ ਨਹੀਂ ਸਕਦਾ
ਕਿਉਂਕਿ ਉਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਕੁਦਰਤੀ ਹੁੰਦੀਆਂ, ਅਤੇ ਕੁਦਰਤ ਤਾਂ ਬੇਅੰਤ ਹੈਗੀ ਆ, ਅਤੇ ਵਾਹਿਗੁਰੂ ਬੇਅੰਤ ਹੋਣ ਕਰਕੇ ਉਹਦੀ ਲੀਲਾ ਵੀ ਬੇਅੰਤ ਆ, ਅਤੇ ਬੇਅੰਤ ਲੀਲਾ ਹੋਣ ਕਰਕੇ ਉਹਦੇ ਜਿੰਨੇ ਵੀ ਕਰਤੱਵ ਸਾਰੇ ਬੇਅੰਤ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।